किसान वीरो प्रोग्राम मेरा पिंड मेरे खेत तुहाडा स्वागत करते हैं। किसान वीरो पशु पालन कित्तियां दे विच सानूं बड़ियां बुनियादी गल्लां दा ख्याल रखना पैंदा है। तो जिवें हुण वेखो मौसम तब्दील हो रहा है, सर्दियां दा पक्ष लग गया है, तापमान दे विच गिरावट आ गई है, तो इहदे नाल ही सानूं लोड़ पैंदी है कि सर्दियां दे वास्ते असीं पशु पालन कित्तियां च की अगाऊं प्रबंध करने आ। अज असीं आए हैं गुरु अंगद देव वैटरनरी ते एनीमल साइंस यूनिवर्सिटी लुधियाना विखे। साडे नाल ने डॉक्टर पुनीत मल्होत्रा जी, जिहड़े कि इत्थे डेयरी मैनेजर के तौर पर सेवा निभा रहे हैं। डॉक्टर साहब तुहाडा स्वागत करते हैं। धन्यवाद जी। डॉक्टर साहब जिवें मैं गल की कि हुण वेखो सर्दियां का आरंभ जिहड़ा एक तरीके नाल वो हो चुका है, तो वो वास्ते सानूं कुछ प्रबंधां की लोड़ पैंदी है। विशेष तौर पर मैनूं ये दसो कि सर्दियां दे इहो जिहे अगाऊं प्रबंधां की की लोड़ पैंदी है? तापमान च बदलाव आ रहा है, तापमान गिरना ते उहदे नाल ढारियां दा प्रबंध जी, ते उस तो बाद उन्हां दे खाण पीण च तब्दीली आनी है क्योंकि मौसम बदलदे नाल चारा बदल जाना जी, ते उस तो इलावा जिहड़ी वंड है फिर वो चारे दे नाल वंड दे विच भी बदलाव आना ते उन्हां दे रख रखाव च बदलाव आना। ये सारे चीज़ां करके आपां नूं उन्हां नूं सारे अगाह प्रबंध करने जरूरी हैं। डॉक्टर पुनीत जी, जिवें मैं तुसीं 5-6 मुद्दों की गल की, आपां कल्ले मुद्दे दे उत्ते भी गल करदे हां ते नाल मेरे मन च ये भी सवाल आउंदा कि हो सकदा वा कि मੱਝਾਂ ਗਾਵਾਂ ਵੱਖੋ ਵੱਖਰੀਆਂ ਜਾਤੀਆਂ ਉਹਨਾਂ ਵਾਸਤੇ ਕੋਈ ਅਲੱਗ-ਅਲੱਗ ਪ੍ਰਬੰਧ ਵੀ ਹੁੰਦੇ ਹੋਣ। ਬਿਲਕੁਲ ਇਹ ਤੁਸੀਂ ਠੀਕ ਕਿਹਾ। ਮੱਝਾਂ ਲਈ, ਗਾਵਾਂ ਲਈ, ਦੇਸੀ ਗਾਵਾਂ, ਦੋਗਲੀਆਂ ਗਾਵਾਂ, ਹਰ ਕਿਸੇ ਲਈ ਅਲੱਗ-ਅਲੱਗ ਪ੍ਰਬੰਧ ਹੈ ਜੀ। ਉਹਨਾਂ ਦੇ ਢਾਰਿਆਂ ਦੇ ਵਿੱਚ, ਉਹਨਾਂ ਦੇ ਰੱਖ ਰਖਾਵ ਦੇ ਵਿੱਚ ਸੀਜ਼ਨ ਦੇ ਮੁਤਾਬਿਕ ਅਲੱਗ-ਅਲੱਗ ਹੈ ਜੀ। ਹੁਣ ਡਾਕਟਰ ਸਾਹਿਬ ਸਾਡੇ ਕਈ ਕਿਸਾਨ ਵੀਰ ਵੇਖੋ ਉਹਨਾਂ ਤੇ ਬੜੇ ਵੱਡੇ ਫਾਰਮ ਬਣਾਏ ਹੋਏ ਆ ਜਿਹੜੇ ਵਪਾਰਕ ਪੱਧਰ ਤੇ ਚੱਲਦੇ ਆ। ਬਿਲਕੁਲ ਜੀ, ਬਿਲਕੁਲ। ਤੇ ਕਈ ਸਾਡੇ ਕਿਸਾਨ ਵੀਰ ਇਹੋ ਹੋਏ ਆ ਜਿਹੜੇ ਜਾਂ ਤੇ ਕੋਈ ਘਰ ਵਾਸਤੇ ਡੰਗਰ ਵੱਛਾ ਰੱਖਦੇ ਆ ਜਾਂ ਜਿਹੜੇ 7, 8, 10 ਜਿਹੜੇ ਇਸ ਤਰੀਕੇ ਦੇ ਨਾਲ ਵੀ ਜਿਹੜਾ ਵੀ ਚਲੋ ਇੱਕ ਸਹਾਇਕ ਧੰਦੇ ਦੇ ਤੌਰ ਤੇ ਚਲਾ ਰਹੇ ਆ। ਹੁਣ ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਕਿ ਅਸੀਂ ਜੇ ਸ਼ੈਡਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਰਹਿਣ ਦਾ ਵਸੇਬੇ ਦਾ ਪ੍ਰਬੰਧ ਜਿਹੜਾ ਉਹਦੇ ਵਿੱਚ ਸਾਨੂੰ ਕਿਸ ਤਰੀਕੇ ਨਾਲ ਤਬਦੀਲੀ ਜਿਹੜੀ ਲਿਆਉਣੀ ਚਾਹੀਦੀ? ਜਿਵੇਂ ਆਪਾਂ ਗਰਮੀਆਂ ਦੇ ਵਿੱਚ ਢਾਰਿਆਂ ਦਾ ਪ੍ਰਬੰਧ ਕੀਤਾ ਹੁੰਦਾ ਹੈ, ਉਹਦੇ ਵਿੱਚ ਆਪਾਂ ਰੋਸ਼ਨਦਾਨ ਖਿੜਕੀਆਂ ਰੱਖੇ ਹੁੰਦੇ ਆ ਤੇ ਉਹ ਖੁੱਲੇ ਹੁੰਦੇ ਆ ਕਿ ਹਵਾ ਦੀ ਨਿਕਾਸੀ ਪੂਰੀ ਹੁੰਦੀ ਰਹੇ ਜੀ। ਤੇ ਦਿਨ ਦੇ ਵਿੱਚ ਤਾਂ ਉਹ ਉਵੇਂ ਹੀ ਰਹੇਗੀ ਤੇ ਉਹਦੇ ਵਿੱਚ ਆਪਾਂ ਇਹ ਰੱਖਣਾ ਕਿ ਜਿਹੜੇ ਛੋਟੇ ਪੱਧਰ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਲਈ ਇਹ ਹੈ ਕਿ ਉਹ ਸਾਫ਼ ਸਫਾਈ ਤੋਂ ਬਾਅਦ ਉਹਦੇ ਵਿੱਚ ਥੋੜੀ ਦੇਰ ਧੁੱਪ ਜ਼ਰੂਰ ਲੱਗੇ ਤੇ ਜਾਨਵਰ ਨੂੰ ਬਾਹਰ ਕਿਤੇ ਕੱਚੇ ਤੇ ਬੰਨ੍ਹ ਦਈਏ ਆਪਾਂ, ਜਾਂ ਮੋਟਰ ਤੇ ਲੈ ਗਏ ਜਾਂ ਕਿਤੇ ਕੱਚੇ ਤੇ ਉਹਦੇ ਲਈ ਸਭ ਤੋਂ ਪਹਿਲਾਂ ਜਿਹੜੇ ਆਲੇ ਦੁਆਲੇ ਸ਼ੈੱਡ ਦੇ ਪੇੜ ਹੈ ਉਹਨਾਂ ਦੀ ਛੰਗਾਈ ਜ਼ਰੂਰੀ ਹੈ ਤਾਂ ਕਿ ਸ਼ੈੱਡ ਦੇ ਅੰਦਰ ਤੱਕ ਧੁੱਪ ਆ ਜਾਏ। ਉਸ ਤੋਂ ਬਾਅਦ ਉਹ ਧੁੱਪ ਨਾਲ ਉਹ ਸਰਦੀ ਦੇ ਵਿੱਚ ਛੇਤੀ ਸੁੱਕ ਜਾਏਗਾ ਸ਼ੈੱਡ ਤੇ ਉਹ ਕ੍ਰਿਮ ਰਹਿਤ ਹੋ ਜਾਏਗਾ। ਜਿਹੜੇ ਵੱਡੇ ਵਪਾਰਿਕ ਹੈ ਉਹਨਾਂ ਦਾ ਅਲੱਗ ਤਰੀਕੇ ਦੀ ਸਾਰੀ ਮੈਨੇਜਮੈਂਟ ਹੈ। ਉਹਨਾਂ ਦਾ ਵੱਡੇ ਫਾਰਮ ਹੈ, ਉਹਨਾਂ ਦੇ ਵਿੱਚ ਉਹਨਾਂ ਨੇ ਖੁੱਲੇ ਬਾੜੇ ਬਣਾਏ ਹੁੰਦੇ ਆ ਡੰਗਰਾਂ ਦੇ ਲਈ ਤੇ ਉੱਥੇ ਸ਼ਿਫਟ ਕਰਕੇ ਉੱਥੇ ਸਫਾਈ ਦੂਸਰੇ ਸ਼ੈੱਡ ਦੇ ਵਿੱਚ ਹੋਗੀ। ਡਾਕਟਰ ਸਾਹਿਬ ਜਦੋਂ ਆਪਾਂ ਦੋ ਪੱਖਾਂ ਦੀ ਆਪਾਂ ਗੱਲ ਕਰ ਲਈ, ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਗਾਵਾਂ ਮੱਝਾਂ ਇਹਨਾਂ ਸਾਰਿਆਂ ਵਾਸਤੇ ਅਲੱਗ-ਅਲੱਗ ਜਿਹੜੇ ਆ ਉਹ ਪ੍ਰਬੰਧ ਨੇ, ਉਹਦੇ ਵਿੱਚ ਸਾਨੂੰ ਕਿਸ ਤਰੀਕੇ ਦੀਆਂ ਜਿਹੜੇ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ? ਕੀ ਅਸੀਂ ਇੱਕੋ ਵਾੜੇ ਦੇ ਵਿੱਚ ਰੱਖ ਕੇ ਹੀ ਉਹਨਾਂ ਪਸ਼ੂਆਂ ਨੂੰ ਜਿਹੜਾ ਅਲੱਗ-ਅਲੱਗ ਪ੍ਰਬੰਧ ਦੇ ਸਕਦੇ ਹਾਂ ਕਿ ਉਹਨਾਂ ਵਾਸਤੇ ਅਲੱਗ-ਅਲੱਗ ਪ੍ਰਬੰਧ ਜਿਹੜਾ ਕਰਨਾ ਪਊਗਾ? ਜਿਹੜੀ ਮੁੱਢਲੀ ਸਰਦੀ ਹੈ ਉਹਦੇ ਵਿੱਚ ਪ੍ਰਬੰਧ ਸਾਰਿਆਂ ਲਈ ਇੱਕੋ ਜਿਹੇ ਜਿਹੇ ਚੱਲ ਸਕਦੇ ਹਨ, ਪਰ ਉਸ ਤੋਂ ਬਾਅਦ ਮੱਝਾਂ ਤੇ ਦੇਸੀ ਗਾਵਾਂ ਥੋੜ੍ਹੀਆਂ ਜਿਹੀਆਂ ਠੰਡ ਵੱਧ ਮੰਨਦੀਆਂ ਤੇ ਜਿਹੜੀਆਂ ਆਪਣੀਆਂ ਬਲੈਤੀ ਜਾਂ ਦੋਗਲੀਆਂ ਗਾਵਾਂ ਉਹ ਠੰਡ ਥੋੜ੍ਹੀ ਘੱਟ ਮੰਨਦੀਆਂ ਤੇ ਇਸ ਕਰਕੇ ਉੱਥੋਂ ਪੋਹ ਤੋਂ ਬਾਅਦ ਇਹਨਾਂ ਦੇ ਪ੍ਰਬੰਧਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਉਸ ਤੋਂ ਪਹਿਲਾਂ ਪ੍ਰਬੰਧ ਸੇਮ ਹੋ ਜਾਂਦੇ ਆ। ਜਿਹੜੇ ਛੋਟੇ ਪੱਧਰ ਦੇ ਰੱਖੇ ਦੇ ਆ ਜਿਨ੍ਹਾਂ ਨੇ ਸੈਕੰਡਰੀ ਤੌਰ ਤੇ ਕਰਦੇ ਆ ਡੈਰੀ ਫਾਰਮਿੰਗ ਕੀ ਦੂਜਾ ਕਿੱਤਾ ਹੈ ਕਿ ਨਾਲ ਸਾਈਡ ਬਾਏ ਸਾਈਡ ਚਲਾ ਰਹੇ ਆ, ਉਹਨਾਂ ਦੇ ਕੋਲ ਇੱਕ ਸ਼ੈੱਡ ਜੋ ਹੈ ਉਹਦੇ ਵਿੱਚ ਹੀ ਸਾਰਾ ਬੰਦੋਬਸਤ ਕਰਨਾ। ਜਿਹੜੇ ਪ੍ਰੋਫੈਸ਼ਨਲ ਹੈ ਉਹਦੇ ਵਿੱਚ ਗਾਵਾਂ ਤੇ ਮੱਝਾਂ ਦੀ ਉਵੇਂ ਹੀ ਉਹਨਾਂ ਨੇ ਬੰਦੋਬਸਤ ਕੀਤਾ ਹੁੰਦਾ ਕਿਉਂਕਿ ਉਹ ਪ੍ਰੋਫੈਸ਼ਨਲ ਲੈਵਲ ਤੇ ਉਹਨਾਂ ਨੂੰ ਪਤਾ ਕਿ ਇੰਨੀ ਗਿਣਤੀ ਸਾਡੀ ਗਾਵਾਂ ਦੀ ਰਹਿਣੀ ਹੈ ਤੇ ਇੰਨੀ ਮੱਝਾਂ ਦੀ ਰਹਿਣੀ ਹੈ। ਡਾਕਟਰ ਸਾਹਿਬ ਜਦੋਂ ਅਸੀਂ ਸ਼ੈਡਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵਾਰੀ ਵੇਖੋ ਸਾਡੇ ਫਾਰਮ ਜਿਹੜੇ ਉਹਨਾਂ ਦੇ ਆਲੇ ਦੁਆਲੇ ਰੁੱਖ ਹੁੰਦੇ ਆ ਜਾਂ ਅਸੀਂ ਗਰਮੀਆਂ ਦੇ ਵਿੱਚ ਕੁਛ ਛਾਂ ਵਾਸਤੇ ਕੋਈ ਪ੍ਰਬੰਧ ਕੀਤੇ ਹੁੰਦੇ ਆ। ਜਦੋਂ ਸਰਦੀਆਂ ਆਉਂਦੀਆਂ ਉਦੋਂ ਫਿਰ ਸਾਨੂੰ ਉਹਦੇ ਵਿੱਚ ਜਿਹੜਾ ਕਿਸ ਤਰੀਕੇ ਦਾ ਖਿਆਲ ਰੱਖਣਾ ਬਣਦਾ? ਜਿਵੇਂ ਛੋਟੇ ਫਾਰਮ ਹੈ ਉਹਨਾਂ ਦੇ ਆਲੇ ਦੁਆਲੇ ਰੁੱਖ ਜ਼ਿਆਦਾ ਲੱਗੇ ਹੁੰਦੇ ਆ। ਜਿਹੜੇ ਵੱਡੇ ਫਾਰਮ ਬਣਦੇ ਆ ਪ੍ਰੋਫੈਸ਼ਨਲ ਜਾਂ ਕਮਰਸ਼ੀਅਲ ਲੈਵਲ ਤੇ ਉਹਨਾਂ ਦੇ ਕਾਫੀ ਦੂਰ ਤੱਕ ਪੇੜ ਰਿਕਮੈਂਡਡ ਨਹੀਂ ਹੈ, ਉਹਨਾਂ ਦੀ ਬਾਉਂਡਰੀ ਤੇ ਹੀ ਪੇੜ ਹੁੰਦੇ ਆ ਕਿਉਂਕਿ ਉਹ ਮੰਨਿਆ ਜਾਂਦਾ ਹੈ ਕਿ ਉਹਦਾ ਹਵਾ ਦੀ ਜਿਹੜੀ ਨਿਕਾਸੀ ਹੈ ਉਹਨੂੰ ਰੋਕਦੇ ਹਨ। ਤੇ ਇਹਦੇ ਕਰਕੇ ਜਿਹੜੇ ਛੋਟੇ ਫਾਰਮਾਂ ਦੇ ਆਲੇ ਦੁਆਲੇ ਪੇੜ ਹੈ ਉਹਨਾਂ ਦੀ ਛੰਗਾਈ ਹੋਣੀ ਜ਼ਰੂਰੀ ਹੈ ਤਾਂ ਕਿ ਸ਼ੈੱਡ ਦੇ ਅੰਦਰ
ਧੁੱਪ ਆਵੇ, ਜਦੋਂ ਸ਼ੈੱਡ ਨੂੰ ਧੋਇਆ ਜਾਵੇ ਤੇ ਕ੍ਰਿਮਰਾਈਟ ਕੀਤਾ ਜਾਵੇ, ਉਦੋਂ ਧੁੱਪ ਨਾਲੋਂ ਛੇਤੀ ਸੁੱਕ ਜੇ, ਉਨੀ ਦੇਰ ਉਹ ਜਾਨਵਰਾਂ ਨੂੰ ਜਾਂ ਤਾਂ ਬਾਹਰ ਪੇਟ ਥੱਲੇ ਬੰਨ੍ਹ ਦਿੰਦੇ ਆ, ਜਾਂ ਉਹਨਾਂ ਦਾ ਪਿੰਡਾਂ ਦੇ ਵਿੱਚ ਚੱਲਣ ਹੁੰਦਾ ਕਿ ਮੋਟਰ ਤੇ ਲੈ ਜਾਂਦੇ ਆ, ਸਵੇਰੇ ਮੋਟਰ ਤੇ ਲੈ ਕੇ ਸ਼ਾਮ ਨੂੰ ਉਹ ਚੱਲ ਕੇ ਆ ਗਏ, ਉਹਦੇ ਨਾਲ ਜਾਨਵਰਾਂ ਦਾ ਵੀ ਤੋਰਾ ਫੇਰਾ ਵਧੀਆ ਹੋ ਜਾਂਦਾ। ਡਾਕਟਰ ਸਾਹਿਬ, ਜਦੋਂ ਆਪਾਂ ਇਹਨਾਂ ਦੀ ਇਹ ਸਾਰੀ ਵਿਵਸਥਾ ਦੇ ਆਉਨੇ ਆ ਤਾਂ ਉਦੋਂ ਕਿਉਂਕਿ ਸਾਡੀਆਂ ਖੁਰਾਕੀ ਲੋੜਾਂ ਜਿਹੜੀਆਂ ਹਰੇਕ ਜਿਹੜਾ ਵੀ ਮਨੁੱਖ ਆ, ਜੀਵ ਆ, ਉਹਦੇ ਵਾਸਤੇ ਖੁਰਾਕ ਜਿਹੜੀ ਸਭ ਤੋਂ ਮਹੱਤਵਪੂਰਨ ਆ। ਬਿਲਕੁਲ। ਤੇ ਖੁਰਾਕ ਦੇ ਵਿੱਚ ਕੋਈ ਪੱਠੇ ਦਾਣੇ ਵੰਡ ਦੇ ਵਿੱਚ ਸਾਨੂੰ ਕਿਹੋ ਜਿਹੀਆਂ ਤਬਦੀਲੀਆਂ ਜਿਹੜੀਆਂ ਲਿਆਉਣੀਆਂ ਬਣਦੀਆਂ ਜਿਨ੍ਹਾਂ ਨਾਲ ਕਿ ਉਹਨਾਂ ਨੂੰ ਸਹੀ ਊਰਜਾ ਜਿਹੜੀ ਮਿਲ ਸਕੇ, ਜਿਹੜੀ ਸਰਦੀਆਂ ਦੇ ਵਿੱਚ ਲੋੜੀਂਦੀ ਆ? ਜਦੋਂ ਸਰਦੀ ਦਾ ਜਿਵੇਂ ਹੁਣ ਚੱਲ ਰਿਹਾ ਹੈ ਤਾਂ ਜਿਹੜੇ ਖਰੀਫ ਦੇ ਚਾਰੇ ਆ ਗੈਰ ਫਲੀਦਾਰ, ਜਿਵੇਂ ਮੱਕੀ ਹੋ ਗਿਆ, ਚਰੀ ਹੋ ਗਈ, ਬਾਜਰਾ ਹੋ ਗਿਆ, ਇਹ ਇਹਨਾਂ ਦੀ ਇੱਕ ਇੱਕ ਕਟਿੰਗ ਆਣੀ ਹੈ, ਹੋਰ ਤੇ ਖਤਮ ਹੋ ਜਾਣੇ ਆ ਹੁਣ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜੀ ਬਰਸੀਮ ਦੀ ਬਜਾਈ ਹੈ ਹਜੇ 10 ਕੁ ਦਿਨ ਪਹਿਲਾਂ ਹੀ ਹੋ ਕੇ ਚੁੱਕੀ ਹੈ, ਸ਼ੁਰੂ ਹੋਈ ਹੈ, ਕਈਆਂ ਨੇ ਹਜੇ ਕੀਤੀ ਵੀ ਨਹੀਂ ਹੋਣੀ ਬਜਾਈ ਹਜੇ ਬਰਸੀਮ ਦੀ। ਤੇ ਜਿਹੜਾ ਉਹਦੇ ਪਹਿਲੇ ਲੌ ਦੀ ਕਟਿੰਗ ਆਣੀ ਹੈ ਉਹ ਤਕਰੀਬਨ ਨਵੰਬਰ ਦੇ ਵਿੱਚ ਆਣੀ ਹੈ, 15 ਨਵੰਬਰ ਤੋਂ ਬਾਅਦ, 60 ਦਿਨਾਂ ਤੋਂ 70 ਦਿਨਾਂ ਤੋਂ ਬਾਅਦ। ਤੇ ਉਹ ਆਉਣ ਤੋਂ ਬਾਅਦ ਤੇ ਵਿੱਚ ਜਿਹੜਾ ਆਪਣੇ ਕੋਲ ਕੁਝ ਸਮਾਂ ਬਚਦਾ, ਜਿਹਨੂੰ ਆਪਾਂ ਲੀਨ ਪੀਰੀਅਡ ਕਹਿ ਦਿੰਦੇ ਆ, ਕਿ ਗੈਰ ਫਲੀਦਾਰ ਖਰੀਫ ਦੇ ਚਾਰੇ ਖਤਮ ਹੋ ਗਏ ਤੇ ਜਿਹੜੇ ਰੱਬੀ ਦੇ ਚਾਰੇ ਸੀ, ਫਲੀਦਾਰ ਚਾਰੇ, ਬਰਸੀਮ ਹੋ ਗਿਆ ਜਾਂ ਰਾਈ ਗਰਾਸ ਹੋ ਗਿਆ, ਉਹ ਹਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ। ਉਹਦੇ ਵਿੱਚ ਜਿਨ੍ਹਾਂ ਨੇ ਹੁਣ ਨੇਪੀਅਰ ਗਰਾਸ ਲਾਏ ਦਾ ਜਾਂ ਹਾਈਪਰ ਨੇਪੀਅਰ ਬਾਜਰਾ ਹਾਈਬ੍ਰਿਡ ਲਾਏ ਦਾ, ਉਹਨਾਂ ਦੀ ਤਾਂ ਕਟਿੰਗ ਆਂਦੀ ਰਹਿੰਦੀ ਹੈ ਰੈਗੂਲਰ। ਪਰ ਜਿਨ੍ਹਾਂ ਕੋਲ ਉਹ ਚਾਰੇ ਨਹੀਂ ਹੈਗੇ, ਫਿਰ ਉਹ ਜਾਂ ਤਾਂ ਕੋਈ ਬਾਹਰੋਂ ਮਹਿੰਗਾ ਖਰੀਦਣਾ ਪਏਗਾ ਉਹਨਾਂ ਨੂੰ, ਜਾਂ ਫਿਰ ਉਹ ਦੂਸਰਾ ਹੈਗਾ ਕਿ ਅਚਾਰ ਦਾ ਬੰਦੋਬਸਤ ਆਪਾਂ ਪਹਿਲਾਂ ਹੀ ਕਰਕੇ ਰੱਖੀਏ। ਜੇ ਆਪਣੇ ਕੋਲ ਮੱਕੀ ਦੇ ਸੀਜ਼ਨ ਦੇ ਵਿੱਚ ਮੱਕੀ ਖੁੱਲੀ ਮਿਲ ਗਈ ਸੀ, ਅਗਸਤ ਜਾਂ ਸਤੰਬਰ ਦੇ ਸ਼ੁਰੂ ਦੇ ਵਿੱਚ ਆਪਾਂ ਮੱਕੀ ਦਾ ਅਚਾਰ ਆਪ ਪਾ ਸਕਦੇ ਹਾਂ, ਜਾਂ ਫਿਰ ਆਪਾਂ ਬਣਿਆ ਬਣਾਇਆ ਅਚਾਰ ਲਈਏ। ਤੇ ਦੂਸਰੀ ਜਿਹੜੇ ਫਲੀਦਾਰ ਚਾਰਿਆਂ ਦੀ ਸ਼ੁਰੂਆਤ ਹੋਣੀ ਹੈ, ਉਹਦੇ ਨਾਲ ਜਿਹੜੀ ਆਪਾਂ ਵੰਡ ਪਾ ਰਹੇ ਸੀ ਪਹਿਲਾਂ, ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਚੱਲ ਰਹੀ ਹੁੰਦੀ ਹੈ, ਕਿਉਂਕਿ ਗੈਰ ਫਲੀਦਾਰ ਚਾਰੇ ਚੱਲ ਰਹੇ ਹੁੰਦੇ ਆ ਖਰੀਫ ਦੇ। ਤੇ ਰੱਬੀ ਦੇ ਚਾਰਿਆਂ ਦੇ ਵਿੱਚ ਜ਼ਿਆਦਾ ਫਲੀਦਾਰ ਬਰਸੀਮ ਜ਼ਿਆਦਾ ਚੱਲਦਾ, ਤੇ ਬਰਸੀਮ 'ਚ ਆਲਰੇਡੀ ਪ੍ਰੋਟੀਨ ਦੀ ਮਾਤਰਾ ਗੈਰ ਫਲੀਦਾਰ ਚਾਰਿਆਂ ਤੋਂ ਜ਼ਿਆਦਾ ਹੋਣ ਕਰਕੇ ਆਪਾਂ 2 ਤੋਂ 4% ਤੱਕ ਵੰਡ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਘਟਾ ਸਕਦੇ ਹਨ, ਤੇ ਉਹਦੇ ਨਾਲ ਉਹਦੀ ਥੋੜੀ ਜਿਹੀ ਕਾਸਟ ਵੀ ਘਟ ਜਾਂਦੀ ਹੈ ਆਪਾਂ ਨੂੰ। ਡਾਕਟਰ ਸਾਹਿਬ, ਜਦੋਂ ਆਪਾਂ ਚਾਰਿਆਂ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਕੋਈ ਹੋਰ ਊਰਜਾ ਵਾਲੀਆਂ ਚੀਜ਼ਾਂ ਜਾਂ ਕਿਸੇ ਤਰੀਕੇ ਦੇ ਨਾਲ ਜਿਹੜਾ ਜਿਵੇਂ ਤੁਸੀਂ ਬਹੁਤ ਕੁਝ ਯੂਨੀਵਰਸਿਟੀ 'ਚ ਤਿਆਰ ਕਰਦੇ ਹੋ, ਧਾਤਾਂ ਦਾ ਚੂਰਾ ਪਿੱਛੇ ਜੇ ਤੁਹਾਡੇ ਮੇਲੇ ਤੇ ਵੇਖਿਆ ਸੀ, ਬਾਈਪਾਸ ਜਿਹੜੀ ਆ ਉਹ ਫੈਟ ਤਿਆਰ ਕਰਦੇ ਹੋ, ਕਿ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਕੋਈ ਸਿਆਲਾਂ ਦੇ ਵਿੱਚ ਕੋਈ ਮਹੱਤਵ ਰੱਖਦੀਆਂ ਨੇ ਜੀ? ਇਹ ਮਹੱਤਵ ਬਹੁਤ ਜ਼ਿਆਦਾ ਰੱਖਦੀਆਂ। ਧਾਤਾਂ ਦਾ ਚੂਰਾ ਤਾਂ ਅਸੀਂ ਕਹਿੰਦੇ ਆ ਕਿ ਪਸ਼ੂ ਨੂੰ ਲਗਾਤਾਰ ਹੀ ਪੈਣਾ ਚਾਹੀਦਾ ਹੈ। ਕੋਈ ਵੀ ਪਸ਼ੂ ਹੈ ਉਹਨੂੰ ਲਗਾਤਾਰ ਵੰਡ ਦੇ ਵਿੱਚ ਜਾਂ ਤਾਂ 2 ਕਿਲੋ ਪਾ ਲਓ, ਜਾਂ ਫਿਰ 50 ਗ੍ਰਾਮ ਪ੍ਰਤੀ ਪਸ਼ੂ ਨੂੰ ਵੈਸੇ ਮਿਲੇ। ਵੰਡ ਦੇ ਵਿੱਚ ਪਾ ਕੇ ਇਹ ਹੈ ਕਿ ਵੰਡ 'ਚ ਇੱਕ ਵਾਰੀ ਪੈ ਗਿਆ ਤੇ ਉਹ ਵੰਡ ਜਦੋਂ ਆਪਾਂ ਪਸ਼ੂ ਨੂੰ ਦਿੱਤੀ ਆ ਆਪਣੀ ਤਿਆਰ ਕੀਤੀ ਹੋਈ, ਤਾਂ ਉਹਦੇ ਵਿੱਚ ਧਾਤਾਂ ਦਾ ਚੂਰਾ ਆਪਣੇ ਆਪ ਹੀ ਚਲਾ ਗਿਆ। ਤੇ ਜਿਹੜੀ ਬਾਈਪਾਸ ਫੈਟ ਹੈ, ਇਹ ਇੱਕ ਕਨਸੈਂਟਰੇਟ ਊਰਜਾ ਦਾ ਸਰੋਤ ਹੈ। ਜਿਹੜਾ ਪਹਿਲਾ ਪੇਟ ਹੈ ਗਾਂ ਜਾਂ ਮੱਝ ਦਾ, ਜਿਹਨੂੰ ਆਪਾਂ ਰਿਊਮਨ ਕਹਿੰਦੇ ਆ, ਉਹਦੇ ਵਿੱਚੋਂ ਇਹ ਬਾਈਪਾਸ ਹੋ ਕੇ ਲੰਘ ਜਾਂਦੀ ਹੈ ਤੇ ਸਰੀਰ ਨੂੰ ਸਿੱਧਾ ਫਾਇਦਾ ਦਿੰਦੀ ਹੈ, ਕਿਉਂਕਿ ਰਿਊਮਨ ਦੇ ਵਿੱਚ ਜਿਹੜੇ ਜਰਾਸੀਨ ਹੈ ਪਹਿਲੇ ਪੇਟ ਦੇ ਵਿੱਚ, ਉਹ ਇਹ ਚੀਜ਼ਾਂ ਨੂੰ ਪਚਾ ਕੇ ਆਪਣੇ ਲਈ ਵਰਤ ਕੇ ਆਪਣੀ ਪ੍ਰੋਟੀਨ ਜਾਂ ਆਪਣੇ ਊਰਜਾ ਦੇ ਸਰੋਤ ਬਣਾ ਕੇ ਜਾਨਵਰ ਨੂੰ ਦਿੰਦੇ ਹਨ। ਤੇ ਅਸੀਂ ਉਹਨੂੰ ਇਸੇ ਕਰਕੇ ਬਾਈਪਾਸ ਕਹਿੰਦੇ ਹਾਂ ਕਿ ਉਹ ਪਹਿਲੇ ਪੇਟ 'ਚੋਂ ਬਾਈਪਾਸ ਹੋ ਕੇ ਅਗਲੇ ਪੇਟ 'ਚ ਜਾ ਕੇ ਸਿੱਧਾ ਜਾਨਵਰ ਦੇ ਖੂਨ ਦੇ ਵਿੱਚ ਜਾ ਕੇ ਜਾਨਵਰ ਨੂੰ ਊਰਜਾ ਦਿੰਦੇ ਹਨ। ਇਸ ਤੋਂ ਇਲਾਵਾ ਇੱਕ ਲਿਕ ਆਉਂਦੀ ਹੈ, UMBB ਲਿਕ ਕਹਿੰਦੇ ਆ, ਯੂਰੋਮੋਲ ਲਿਕ ਕਹਿੰਦੇ ਆ, ਉਹਦੇ ਵਿੱਚ ਪਸ਼ੂ ਚਾਰਟ ਲਿਖਿਆ ਹੁੰਦਾ, ਪਸ਼ੂ ਚਾਰਟ ਲਿਖਿਆ ਹੁੰਦਾ ਉਹਦੇ ਵਿੱਚ ਪੰਜਾਬੀ 'ਚ। ਬਿਲਕੁਲ ਸਹੀ ਕਿਹਾ ਤੁਸੀਂ। ਉਹਦੇ ਵਿੱਚ ਵੀ ਅਸੀਂ ਧਾਤਾਂ ਦਾ ਚੂਰਾ, ਸ਼ੀਰਾ ਤੇ ਹੋਰ ਚੀਜ਼ਾਂ ਮਿਲਾ ਕੇ ਇੱਕ એનર્ਜੀ ਦਾ ਸੋਰਸ ਹੈ, ਉਹ ਆਪਾਂ ਐਵੇਂ ਹੀ ਪਸ਼ੂ ਦੀ ਖੁਰਲੀ 'ਚ ਰੱਖ ਦੇਣਾ ਤੇ ਪਸ਼ੂ ਨੇ ਆਪਣੀ ਮਰਜ਼ੀ ਨਾਲ ਉਹਨੂੰ ਚੱਟਦੇ ਰਹਿਣਾ, ਜਿਵੇਂ ਲੂਣ ਚੱਟ ਲੈਂਦਾ ਪਸ਼ੂ। ਬਿਲਕੁਲ ਉਹੀ ਹੈ ਜੀ। ਇਹਦੇ ਵਿੱਚ ਨਾਲ ਉਹਨੂੰ ਬਾਕੀ ਧਾਤਾਂ ਵੀ ਮਿਲ ਜਾਣੀਆਂ, ਲੂਣ 'ਚ ਇਕੱਲਾ ਇੱਕੋ ਹੀ ਧਾਤ ਮਿਲਣੀ ਹੈ। ਠੀਕ ਹੈ ਜੀ, ਠੀਕ ਹੈ। ਤੇ ਡਾਕਟਰ ਪੁਨੀਤ ਜੀ, ਜਦੋਂ ਵੇਖੋ ਅਸੀਂ ਵੰਡ ਦਾਣੇ ਦੀ ਗੱਲ ਕਰਦੇ ਹਾਂ, ਪੱਠਿਆਂ ਦੱਥੇ ਦੀ ਗੱਲ ਕਰਦੇ ਹਾਂ, ਤੇ ਨਾਲ ਕਈ ਵਾਰ ਨਾ ਸਾਡਾ ਕਿਸਾਨ ਵੀਰ ਇਸ ਮੌਕੇ ਤੇ ਪਾਣੀ ਤੋਂ ਵੇਸ ਲਾ ਰਿਹਾ ਨਾ ਵੀ ਸਿਆਲ ਹੀ ਆ, ਕਿਹੜੀ ਗੱਲ ਐਡੀ, ਠੀਕ ਹੈ ਜੀ। ਤੇ ਪਰ ਪਸ਼ੂ ਨੂੰ ਜਿਹੜੀ ਆ ਪਾਣੀ ਦੀ ਲੋੜ ਤਾਂ ਪੈਂਦੀ ਆ, ਫਿਰ ਪਾਣੀ ਦਾ ਜਿਹੜਾ ਵਾ ਉਹ ਆਪਾਂ ਕਿਵੇਂ ਦਾ ਪ੍ਰਬੰਧ ਰੱਖਣਾ ਸਿਆਲਾਂ ਦੇ ਵਿੱਚ, ਕਿ ਪਸ਼ੂ ਪੇਟ ਭਰ ਕੇ ਪਾਣੀ ਪੀ ਵੀ ਲੈ ਜਿੰਨੀ ਕੋਈ ਲੋੜ ਆ, ਤੇ ਉਹਨੂੰ ਪਾਣੀ ਠੰਡਾ ਵੀ ਮਹਿਸੂਸ ਨਾ ਹੋਏ, ਉਹ ਕਿਵੇਂ ਆਪਾਂ ਕਰ ਸਕਦੇ? ਹਰਪ੍ਰੀਤ ਜੀ, ਇਹਦੇ ਵਿੱਚ ਕਿਸਾਨ ਵੀਰ ਬਹੁਤ ਜ਼ਿਆਦਾ ਗਲਤੀ ਕਰਦੇ ਹਨ। ਜਿਹੜੇ ਤਾਂ ਪਸ਼ੂ ਛੋਟੇ ਸ਼ੈੱਡ ਦੇ ਵਿੱਚ ਰਹਿੰਦੇ ਆ, ਉਹ ਬੰਨੇ ਹੋਏ ਰਹਿੰਦੇ ਆ, ਉਹਦੇ ਵਿੱਚ ਮਾਲਕ ਨੇ ਆਪਣੀ ਮਰਜ਼ੀ ਨਾਲ ਉਹਨਾਂ ਨੂੰ 2 ਜਾਂ 3 ਵਾਰੀ ਪਾਣੀ ਦਿਖਾਣਾ, ਉਦੋਂ ਹੋ ਸਕਦਾ ਉਹ ਪਾਣੀ ਨਾ ਪੀਵੇ। ਜਿਹੜੇ ਵੱਡੇ ਫਾਰਮ ਨੇ, ਉੱਥੇ ਪਸ਼ੂ ਖੁੱਲੇ ਰੱਖੇ ਹੁੰਦੇ ਆ, ਉੱਥੇ ਉਹਨੇ ਆਪਣੀ ਮਰਜ਼ੀ ਨਾਲ ਜਾ ਕੇ ਪਾਣੀ ਪੀਣਾ ਹੈ।
ਦੋਨਾਂ ਵਿੱਚ ਇਹ ਫਰਕ ਹੈ ਕਿ ਸਰਦੀ ਦੇ ਵਿੱਚ ਜਦੋਂ ਵੀ ਪਸ਼ੂ ਨੂੰ ਪਾਣੀ ਦਿਖਾਣਾ ਹੈ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਤਾਜ਼ਾ ਦਿਖਾਇਆ ਜਾਵੇ, ਪੁਰਾਣਾ ਨਾ ਦਿਖਾਇਆ ਜਾਵੇ, ਕਿਉਂਕਿ ਉਹਦੇ ਵਿੱਚ ਉਹ ਵਿਦ ਟਾਈਮ ਠੰਡਾ ਹੋ ਜਾਏਗਾ ਤੇ ਤਾਜ਼ੇ ਦੇ ਵਿੱਚ ਉਹ ਕੋਸਾ ਜਿਹਾ ਹੋਏਗਾ ਤੇ ਜਾਨਵਰ ਵੀ ਪਸੰਦ ਕਰੇਗਾ ਪੀਣਾ, ਕਿਉਂਕਿ ਪਾਣੀ ਦੀ ਰਿਕੁਆਇਰਮੈਂਟ ਤਾਂ ਸਰੀਰ ਲਈ ਹੈ ਹੀ ਹੈ ਤੇ ਉਹ ਸਰਦੀ ਵਿੱਚ ਘਟ ਨਹੀਂ ਜਾਂਦੀ, ਉਹ ਓਨੀ ਹੀ ਰਹਿੰਦੀ ਹੈ ਤੇ ਓਨੀ ਰਹਿਣੀ ਵੀ ਚਾਹੀਦੀ ਹੈ। ਤੰਦਰੁਸਤ ਪਸ਼ੂ ਨੂੰ ਓਨਾ ਪਾਣੀ ਪੀਣਾ ਵੀ ਚਾਹੀਦਾ ਹੈ। ਤੇ ਜਿਹੜੇ ਖੁੱਲੇ ਆ ਉਹਨਾਂ ਦੀ ਖੁਰਲੀ ਦੇ ਵਿੱਚ ਜਾਂ ਤਾਂ ਆਟੋਮੈਟਿਕ ਸਿਸਟਮ ਲਾਇਆ ਹੋਵੇ ਕਿ ਪਸ਼ੂ ਨੇ ਜਿੰਨਾ ਪਾਣੀ ਪੀ ਲਿਆ ਉਹਨਾਂ ਪਿੱਛੋਂ ਹੋਰ ਆ ਜੇ, ਜਾਂ ਫਿਰ ਜੇ ਪੂਰੀ ਪੱਕੀ ਖੁਰਲੀ ਬਣਾਈ ਦੀ ਹੈ ਤਾਂ ਉਹਦੇ ਵਿੱਚ ਆਪਾਂ ਦਿਨ 'ਚ 2 ਵਾਰੀ ਪਾਣੀ ਬਦਲ ਦਈਏ ਤਾਂ ਕਿ ਉਹ ਠੰਡਾ ਨਾ ਹੋਵੇ। ਪੁਨੀਤ ਜੀ, ਇਸ ਮੌਕੇ ਦੇ ਉੱਤੇ ਆ ਜਿਹੜਾ ਮੌਸਮ ਆ, ਇਹਦੇ 'ਚ ਸੂਆ ਵੀ ਪਸ਼ੂਆਂ ਦੇ ਵਿੱਚ ਕਾਫੀ ਪੈਂਦਾ, ਸੂਆ ਬਹੁਤ ਪੈਂਦਾ ਜੀ ਇਹਦੇ ਵਿੱਚ। ਤੇ ਜਦੋਂ ਸੂਏ ਦੀ ਗੱਲ ਆਉਂਦੀ ਆ ਤੇ ਉਦੋਂ ਫਿਰ ਸਾਨੂੰ ਇੱਕ ਨਵੀਂ ਜਿਹੜੀ ਆ ਉਹ ਲੋੜ ਪੈਦਾ ਹੋ ਜਾਂਦੀ ਕਿ ਉਸ ਪਸ਼ੂ ਦੀ ਸੰਭਾਲ ਵੀ ਕਰਨੀ ਆ ਜਿਹਨੇ ਬੱਚਾ ਦਿੱਤਾ ਹੈ, ਤੇ ਗਾਂ ਜਿਹੜੇ ਅੱਗੇ ਕੋਈ ਕੱਟੇ ਬੱਚੀਆਂ ਹੋਈਆਂ ਵਾ ਉਹਨਾਂ ਨੂੰ ਆਪਾਂ ਸੰਭਾਲਣਾ ਉਸ ਤਰੀਕੇ ਨਾਲ ਵੀ ਸਿਆਲਾਂ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ, ਕਿਉਂਕਿ ਬਹੁਤ ਸਾਰੇ ਜਿਹੜੇ ਆ ਇਹ ਨਵਜੰਮੇ ਜਿਹੜੇ ਆ ਉਹ ਸਿਆਲਾਂ ਦੇ ਵਿੱਚ ਸੰਭਾਲ ਖੁਣੇ ਜਿਹੜੇ ਆ ਉਹ ਜਾਂਦੇ ਲੱਗਦੇ ਨੇ। ਉਦੋਂ ਫਿਰ ਸਾਨੂੰ ਇਹਦੇ ਵਾਸਤੇ ਜਿਹੜਾ ਕਿਹੋ ਜਿਹੇ ਪ੍ਰਬੰਧ ਕਰਨ ਦੀ ਲੋੜ ਪੈਂਦੀ? ਇਹਦੇ ਵਿੱਚ ਇਹ ਪ੍ਰਬੰਧ ਕਰਨਾ ਕਿ ਜਦੋਂ ਪਸ਼ੂ ਦੇ 2 ਮਹੀਨੇ ਰਹਿ ਗਏ ਸੂਣ ਤੋਂ ਜੀ, ਉਦੋਂ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿੰਦੇ ਆ। ਜਿਹੜੇ ਵੱਡੇ ਫਾਰਮ ਹੈ ਉਹਨਾਂ ਨੇ ਤਾਂ ਇੱਕ ਅਲੱਗ ਠਿਕਾਣਾ ਬਣਾਇਆ ਹੁੰਦਾ ਜਿਹਦੇ ਵਿੱਚ ਉਹਨਾਂ ਦੇ ਐਡਵਾਂਸ ਪ੍ਰੈਗਨੈਂਟ ਜਾਂ ਗੱਭਣ ਪਸ਼ੂ ਹੀ ਰਹਿੰਦੇ ਹਨ ਜੀ, ਤੇ ਜਿਹੜੇ ਦੂਸਰੇ ਛੋਟੇ ਆ ਉਹਨਾਂ ਨੂੰ ਸ਼ੈੱਡ ਦੇ ਵਿੱਚ ਹੀ ਪਾਰਟੀਸ਼ਨ ਕਰਕੇ ਅਲੱਗ ਇੱਕ ਜਗ੍ਹਾ ਦੇਣੀ ਚਾਹੀਦੀ ਹੈ ਕਿ ਜਿੱਥੇ ਸਿਰਫ ਗੱਭਣ ਪਸ਼ੂ ਹੀ ਬੰਨਿਆ ਜਾਵੇ ਤਾਂ ਕਿ ਬਾਕੀ ਪਸ਼ੂ ਉਹਨਾਂ ਨੂੰ ਠੇਸ ਨਾ ਦੇਣ। ਤੇ ਜਦੋਂ 20-25 ਦਿਨ ਰਹਿੰਦੇ ਹੋਣ ਸੂਣ ਨੂੰ ਤਾਂ ਉਦੋਂ ਉਹਨਾਂ ਨੂੰ ਟ੍ਰਾਂਜੀਸ਼ਨ ਦੀ ਫੀਡ ਦਿੱਤੀ ਜਾਵੇ ਜਿਹੜੀ ਕਿ ਉਹਨਾਂ ਦੀ ਸੂਣ ਦੇ ਵਿੱਚ ਤੇ ਉਹਨਾਂ ਦੀ ਖੁਰਾਕੀ ਤੱਤਾਂ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦੀ ਹੈ ਜੀ। ਤੇ ਇਸ ਤੋਂ ਇਲਾਵਾ ਜਿਹੋ ਜਿਹਾ ਮੌਸਮ ਹੁੰਦਾ ਸਰਦੀ ਦਾ ਤੇ ਉਸ ਤੋਂ ਬਾਅਦ ਆਪਾਂ ਨੂੰ ਉਹਨਾਂ ਦੇ ਸੂਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਉਸ ਟਾਈਮ ਸੂਣ ਤੇ ਜ਼ਿਆਦਾਤਰ ਪਸ਼ੂ ਰਾਤ ਨੂੰ ਜੀ, ਇੱਕ ਤਾਂ ਉਹਨਾਂ ਦਾ ਸੂਣ ਮੁੱਕੇ ਕਟਰੂ ਦਾ ਧਿਆਨ ਰੱਖਣਾ ਪੈਂਦਾ ਕਿ ਕਟਰੂ ਕਿਤੇ ਫਸ ਤਾਂ ਨਹੀਂ ਰਿਹਾ, ਵੀ ਆਰਾਮ ਨਾਲ ਸੂ ਰਿਹਾ ਡੰਗਰ। ਤੇ ਦੂਸਰਾ ਇਹ ਹੁੰਦਾ ਕਿ ਜੇ ਕਿਸੇ 'ਚ ਖੁਰਾਕੀ ਘਾਟ ਹੈ ਜਾਂ ਕੋਈ ਇਨਫੈਕਸ਼ਨ ਹੈ ਤਾਂ ਹੋ ਸਕਦਾ ਜਾਨਵਰ ਪਿੱਛਾ ਵੀ ਮਾਰ ਜੇ ਜੀ, ਤੇ ਉਹ ਪਿੱਛਾ ਮਾਰਨ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਤੇ ਫਿਰ ਇਸ ਤੋਂ ਆਪਾਂ ਨੂੰ ਜਿਹੜਾ ਉਸ ਤੋਂ ਬਾਅਦ ਕਟਰੂ ਆਇਆ ਫਿਰ ਉਹਦੀ ਵੀ ਸਾਂਭ ਸੰਭਾਲ ਕਰਨੀ ਜ਼ਰੂਰੀ ਹੈ, ਕਿਉਂਕਿ ਉਹਨੂੰ ਨਾਲ ਦੀ ਨਾਲ ਆਪਾਂ ਪਹਿਲਾਂ ਸਾਫ਼ ਕਰਨਾ ਜੀ। ਸਾਫ਼ ਕਰਨ ਤੋਂ ਬਾਅਦ ਉਹਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਮਾਂ ਦੀ ਬੋਲੀ ਜ਼ਰੂਰ ਮਿਲ ਜਾਣੀ ਚਾਹੀਦੀ ਹੈ। ਜਿਹੜੀ ਪਹਿਲੀ ਬੋਲੀ ਹੈ ਉਹਦੇ ਵਿੱਚ ਇੰਨੀ ਕੁ ਚੰਗੀ ਮਾਤਰਾ ਦੀ ਅਮੀਨੋਗਲੋਬੁਲਿਨ ਹੁੰਦੀ ਹੈ ਜਿਹੜੀਆਂ ਕਿ ਜਾ ਕੇ ਉਹਦੇ ਪੇਟ 'ਚ ਅਬਜ਼ੌਰਬ ਹੋ ਕੇ ਉਹਨਾਂ ਨੂੰ ਬਿਮਾਰੀਆਂ ਨਾਲ ਲੜਨ ਤੋਂ ਸਹਾਇਤਾ ਦਿੰਦੀ ਹੈ, ਤਾਂ ਕਿ ਕਟਰੂ ਦੇ ਜਿਹੜੇ ਅਗਲੇ 10-15 ਦਿਨ ਦੇ ਆ ਉਹ ਬਿਨਾਂ ਬਿਮਾਰੀ ਤੋਂ ਬੜੇ ਆਰਾਮ ਨਾਲ ਰਹਿ ਸਕੇ ਜੀ। ਤੇ ਅਸੀਂ ਕਹਿੰਦੇ ਆ ਕਿ ਘੰਟੇ ਤੋਂ ਅੰਦਰ ਅੰਦਰ ਨਵੇਂ ਕਟਰੂ ਨੂੰ ਬੋਲੀ ਜ਼ਰੂਰ ਮਿਲ ਜਾਏ। ਪਰ ਕਈ ਕਿਸਾਨ ਵੀਰ ਕੀ ਕਰਦੇ ਆ, ਹਜੇ ਵੀ ਮੈਂ ਪਿੰਡਾਂ ਦੇ ਵਿੱਚ ਚੱਲਣ ਦੇਖਿਆ ਕਿ ਹਜੇ ਇਹਦੀ ਜੇਰ ਨਹੀਂ ਪਈ ਪਸ਼ੂ ਦੀ ਜੀ, ਤੇ ਇਸ ਕਰਕੇ ਹਜੇ ਨਹੀਂ ਦੇਣੀ। ਪਰ ਜੇ ਆਪਾਂ ਬੋਲੀ ਕੱਢ ਕੇ ਉਹ ਕਟਰੂ ਨੂੰ ਪਿਲਾ ਦਿੱਤੀ ਤਾਂ ਉਹ ਜੇਰ ਪੈਣ 'ਚ ਵੀ ਸਹਾਇਤਾ ਕਰਦੀ ਹੈ, ਕਿਉਂਕਿ ਜਿਹੜਾ ਹਾਰਮੋਨ ਦੁੱਧ ਦੀ ਚੁਆਈ ਵੇਲੇ ਰਿਲੀਜ਼ ਹੁੰਦਾ ਉਹ ਜੇਰ ਪੈਣ 'ਚ ਵੀ ਸਹਾਇਤਾ ਕਰਦਾ। ਤੇ ਇਹਦੇ ਨਾਲ ਹੀ ਜਦੋਂ ਉਹਨੂੰ ਬੋਲੀ ਮਿਲ ਗਈ ਤੇ ਉਹਦੇ ਨਾਲ ਇਮਿਊਨੋਗਲੋਬੁਲਿਨਸ ਵੀ ਮਿਲ ਗਏ ਤੇ ਉਹਦੀ ਲੜਨ ਦੀ ਬਿਮਾਰੀਆਂ ਨਾਲ ਸਮਰੱਥਾ ਕਟਰੂ ਦੀ ਵੱਧ ਜਾਂਦੀ ਹੈ ਤੇ ਜੇਰ ਪੈਣ ਦਾ ਨਾਲ ਹੋ ਗਿਆ ਤੇ ਪਸ਼ੂ ਆਪਣੇ ਆਪ ਨੂੰ ਤੰਦਰੁਸਤ ਫੀਲ ਕਰਦਾ ਕਿ ਉਹਨੇ ਇੱਕ ਤਰ੍ਹਾਂ ਦੀ ਜਿਹੜੀ ਉਹਦੀ ਮਮਤਾ ਹੈ ਜਾਂ ਦੁੱਧ ਚੋਲਿਆ ਤੇ ਉਹਦੇ ਵਿੱਚ ਵੀ ਤੰਦਰੁਸਤ ਫੀਲ ਕਰਦਾ ਤੇ ਜ਼ਿਆਦਾ ਐਕਟਿਵ ਫੀਲ ਕਰਦਾ। ਇਹਦੇ ਵਿੱਚ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਾੜਾ ਦਿੰਦੇ ਆ ਜਾਂ ਉਹ ਦਿੰਦੇ ਆ, ਉਹ ਪਸ਼ੂ ਨੂੰ એનર્ਜੀ ਦਾ ਸਰੋਤ ਚਾਹੀਦਾ ਹੁੰਦਾ, ਉਹ ਕਾੜਾ ਜਾਂ ਕੋਈ ਦਲੀਆ ਉਹ ਪਸ਼ੂ ਨੂੰ ਸੂਣ ਮੌਕੇ ਦੇ ਦੇਣਾ, ਕਟਰੂ ਨੂੰ ਬੋਲੀ ਦੇ ਦੇਣੀ ਹੈ। ਦੋਨਾਂ ਦੀ ਸਾਂਭ ਸੰਭਾਲ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਜੀ। ਡਾਕਟਰ ਪੁਨੀਤ ਜੀ, ਜਿਵੇਂ ਆਪਾਂ ਵੇਖਦੇ ਹਾਂ ਕਿ ਹੁਣ ਇਸ ਸੀਜ਼ਨ ਦੀ ਜਿਹੜੀ ਆ ਉਹ ਪਰਾਲੀ ਵੀ ਜਿਹੜੀ ਆ ਚੁੱਕੀ ਆ, ਬਿਲਕੁਲ ਆ ਚੁੱਕੀ, ਝੋਨਾ ਝੜ ਗਿਆ ਜੀ, ਠੀਕ ਹੈ ਜੀ, ਜਾਂ ਕੁਛ ਜਿਹੜੇ ਅਜੇ ਚੱਲ ਵੀ ਰਹੇ ਹੋਣਗੇ। ਹੁਣ ਅਸੀਂ ਮੇਲੇ ਤੇ ਆਏ ਸਾਂ ਤੇ ਤੁਹਾਡੇ ਵੀਸੀ ਸਾਹਿਬ ਨੇ ਬੜੀ ਜਾਣਕਾਰੀ ਦਿੱਤੀ ਕਿ ਪਰਾਲੀ ਜਿਹੜੀ ਆ ਉਹ ਸਾਡੇ ਵਾਸਤੇ ਕਿੰਨੀ ਕੁ ਫਾਇਦੇਮੰਦ ਹੈ। ਹੁਣ ਜਦੋਂ ਆਪਾਂ ਪਸ਼ੂ ਪਾਲਣ ਕਿੱਤਿਆਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਪਰਾਲੀ ਦੇ ਕਿਹੋ ਜਿਹੇ ਉਪਯੋਗ ਕੀਤੇ ਜਾ ਸਕਦੇ? ਵੇਖੋ ਅੱਜ ਕੱਲ੍ਹ ਬੜਾ ਕੁਛ ਆ ਗਿਆ, ਥੱਲੇ ਮੈਟ ਵਿਛਾਰੋ, ਫਲਾਣਾ ਵਿਛਾਰੋ, ਪਰ ਅਜੇ ਵੀ ਮੈਨੂੰ ਲੱਗਦਾ ਹੁੰਦਾ ਕਿ ਪੁਰਾਣੇ ਜੋ ਸਾਡੇ ਪਰੰਪਰਾਗਤ ਤਰੀਕੇ ਸੀਗੇ ਜਾਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਉਪਲਬਧ ਨੇ ਨਵਾਂ ਖਰਚਾ ਕਰਨ ਤੋਂ ਬਗੈਰ, ਉਹ ਸਾਨੂੰ ਵਰਤੋਂ 'ਚ ਲਿਆਉਣੇ ਚਾਹੀਦੇ, ਬਿਲਕੁਲ ਲਿਆਉਣੇ ਚਾਹੀਦੇ। ਉਸ ਪੱਖੋਂ ਪਰਾਲੀ ਜਿਹੜੀ ਆ ਪਸ਼ੂ ਪਾਲਣ ਕਿੱਤਿਆਂ ਦੇ ਵਿੱਚ ਕਿੱਥੇ ਕਿੱਥੇ ਸਹਾਈ ਹੋ ਸਕਦੀ ਹੈ, ਕਿੱਥੇ ਕਿੱਥੇ ਕੰਮ ਆ ਸਕਦੀ ਹੈ? ਜਿਵੇਂ ਹੁਣ ਪਿਛਲੇ ਸਾਲਾਂ ਤੋਂ ਤੂੜੀ ਮਹਿੰਗੀ ਹੋ ਗਈ ਦੀ ਹੈ ਤੇ ਪਰਾਲੀ ਆਪਾਂ ਨੂੰ ਬਹੁਤ ਸਸਤੀ ਮਿਲ ਜਾਂਦੀ ਹੈ ਤੇ ਜਿੰਨੀ ਮਸ਼ੀਨਰੀ ਆ ਗਈ ਦੀ ਹੈ ਤੇ ਜਿੰਨਾ ਇਹਦਾ ਪ੍ਰਬੰਧਨ ਹੋ ਗਿਆ ਹੈ ਪਰਾਲੀ ਦਾ, ਇਹਨਾਂ ਦੀਆਂ ਗੱਠਾਂ ਬੰਨ੍ਹ ਕੇ ਤੇ ਬੜੀ ਉਹਦੀ ਟਰਾਂਸਪੋਰਟੇਸ਼ਨ ਈਜ਼ੀ ਹੋ ਗਈ ਦੀ ਹੈ। ਤੇ ਆਪਾਂ ਜੇ ਤਾਂ ਵੱਡੇ ਕਿਸਾਨ ਹੈ ਉਹ ਤਾਂ ਇਹਨੂੰ ਸਿੱਧਾ TMR ਜਿਹੜੀ ਕੁੱਲ ਮਿਸ਼ਰਿਤ ਰਾਸ਼ਨ ਵੈਗਨ ਹੈ ਉਹਦੇ ਵਿੱਚ ਉਹ ਪਰਾਲੀ ਦੀਆਂ ਗੱਠਾਂ ਸੁੱਟ ਕੇ
ਤੇ ਉਹਨਾਂ ਨੂੰ ਵਰਤ ਲੈਂਦੇ ਆ ਜੀ। ਇਹ ਪਰਾਲੀ ਦੇ ਵਿੱਚ ਉਂਝ ਤਾਂ ਕੋਈ ਜਾਨ ਨਹੀਂ, ਕੋਈ એનર્ਜੀ ਨਹੀਂ ਹੈਗੀ, ਸਿਰਫ ਉਹਨੇ ਪੇਟ ਭਰਨਾ ਜੀ। ਪਰ ਇਹਦੇ ਵਿੱਚ ਨਾਲ ਇਹ ਹੈ ਕਿ ਉਹ ਇੱਕ ਊਰਜਾ ਦੇ ਸਰੋਤ ਲਈ ਵੀ ਕੰਮ ਆਉਂਦੀ ਹੈ। ਇਹ ਜੇ ਆਪਾਂ ਇਹਨੂੰ ਪਰਾਲੀ ਨੂੰ ਥੋੜਾ ਜਿਹਾ ਸੋਧ ਲਈਏ, ਜਿਹੜੀ 1 ਕੁਇੰਟਲ ਪਰਾਲੀ ਹੈ ਉਹਦੇ ਵਿੱਚ 3 ਕੁਇੰਟਲ ਸ਼ੀਰਾ ਤੇ 1 ਕਿਲੋ ਯੂਰੀਆ ਮਿਲਾ ਕੇ ਇਹਨੂੰ 50 ਲੀਟਰ ਪਾਣੀ 'ਚ ਘੋਲ ਕੇ ਉਹ ਪਰਾਲੀ ਨੂੰ ਸੋਧਿਆ ਜਾ ਸਕਦਾ ਤੇ ਉਹ TMR ਦੇ ਵਿੱਚ ਪਾ ਕੇ ਜਾਂ ਤਾਂ ਸਿੱਧਾ ਰਲਾ ਲਓ ਤੁਸੀਂ, ਜਾਂ ਹੱਥ ਨਾਲ ਵੈਸੇ ਹੀ ਗੋਡੀ ਮਾਰ ਕੇ ਰਲਾ ਲਓ ਜੀ। ਤੇ ਉਹ ਰਲਾਉਣ ਤੋਂ ਬਾਅਦ ਉਹ ਪਸ਼ੂਆਂ ਨੂੰ ਸਿੱਧੀ ਨਾਲ ਦੀ ਨਾਲ ਹੀ ਖਵਾਈ ਜਾ ਸਕਦੀ ਹੈ ਤੇ ਪਸ਼ੂ ਮਿੱਠੇ ਕਰਕੇ ਬੜਾ ਖੁਸ਼ ਹੋ ਕੇ ਵੀ ਖਾਂਦੇ ਆ ਤੇ ਉਹਨਾਂ ਨੂੰ ਨਾਲ ਹੀ ਜਿਹੜੀ ਨਾਨ ਪ੍ਰੋਟੀਨ ਨਾਈਟ੍ਰੋਜਨ ਸੋਰਸ ਹੈ ਯੂਰੀਆ ਤੋਂ ਉਹ ਮਿਲ ਗਿਆ। ਜਿਹੜੇ ਰਿਊਮਨ ਦੇ ਜਰਾਸੀਨ ਹੈ ਉਹ ਯੂਰੀਆ ਨੂੰ ਵਰਤ ਕੇ ਆਪਣੀ ਵਧੀਆ ਕੁਆਲਿਟੀ ਦੀ ਪ੍ਰੋਟੀਨ ਬਣਾ ਕੇ ਜਾਨਵਰ ਨੂੰ ਦਿੰਦੇ ਹਨ, ਜਿਹਦੇ ਵਿੱਚ ਆਪਾਂ ਸਸਤੇ ਦੇ ਵਿੱਚ ਵਧੀਆ ਪ੍ਰੋਟੀਨ ਜਾਨਵਰ ਨੂੰ ਮਿਲ ਗਈ। ਜਿਹੜੇ ਰਿਊਮਨ ਮਾਈਕਰੋਬਸ ਨੇ ਉਹਨਾਂ ਨੂੰ ਜਰਾਸੀਨਾਂ ਨੇ ਬਣਾ ਕੇ ਦੇ ਦਿੱਤੀ। ਤੇ ਜਿਹੜਾ ਇਹਦਾ ਦੂਸਰਾ ਪ੍ਰਯੋਗ ਹੈ ਉਹ ਹੈਗਾ ਵੀ ਆਪਾਂ ਮੈਟ ਜਾਂ ਉਹਦੇ ਸਰਦੀਆਂ ਦੇ ਵਿੱਚ ਜਿਹੜਾ ਇਹਨਾਂ ਦਾ ਪ੍ਰਬੰਧ ਕਰਦੇ ਆ ਕਿ ਫਰਸ਼ ਠੰਡਾ ਨਾ ਲੱਗੇ, ਉਹਦੇ ਵਿੱਚ ਆਪਾਂ ਇਹਨਾਂ ਨੂੰ ਵਿਛਾਉਣ ਦੇ ਤੌਰ ਤੇ ਕੰਮ ਕਰ ਸਕਦੇ ਹਾਂ ਜੀ। ਇਹਦੇ ਵਿੱਚ ਜਾਂ ਤਾਂ ਥੋੜੀ ਜਿਹੀ ਪਤਲੀ ਤਹਿ ਪਾ ਕੇ ਤੁਸੀਂ ਰੋਜ਼ ਉਹਦੇ ਉੱਤੇ ਹੋਰ ਪਾ ਸਕਦੇ ਹੋ, ਜਾਂ ਰੋਜ਼ ਜੇ ਆਪਾਂ ਇੰਨੀ ਪਰਾਲੀ ਹੈਗੀ ਆ ਤਾਂ ਰੋਜ਼ ਵੀ ਬਦਲ ਸਕਦੇ ਹੋ। ਨਹੀਂ ਤਾਂ ਉਹਦੇ ਤੇ ਚੌਥੇ ਪੰਜਵੇਂ ਦਿਨ ਚੂਨੇ ਦਾ ਛਿੱਟਾ ਜਾਂ ਦੇ ਦਿਓ ਤੇ ਉਹਦੇ ਵਿੱਚ ਉਹ ਕ੍ਰਿਮ ਰਹਿਤ ਰਹੇਗੀ ਤੇ ਆਪਾਂ 15 ਦਿਨਾਂ ਬਾਅਦ ਇਕੱਠੀ ਪਰਾਲੀ ਵੀ ਚੱਕ ਸਕਦੇ ਹਾਂ। ਉਹ ਪਰਾਲੀ ਦਾ ਇਹ ਫਾਇਦਾ ਹੈ ਕਿ ਉਹਦੇ ਵਿੱਚ ਗੋਹਾ ਤੇ ਡੰਗਰ ਦਾ ਪਿਸ਼ਾਬ ਸਾਰਾ ਕੁਝ ਇਕੱਠਾ ਚਲਾ ਗਿਆ ਤੇ ਜਿਹੜੀ ਉਹਦੀ ਗੁਣਵੱਤਾ ਖਾਦ ਦੀ ਬਣਨੀ ਹੈ ਉਹਨੂੰ ਬਾਅਦ ਚ ਆਪਾਂ ਕੰਪੋਸਟ ਕਰ ਸਕਦੇ ਹਾਂ। ਉਹ ਪਰਾਲੀ ਚੱਕ ਕੇ ਆਪਾਂ ਇੱਕ ਕੰਪੋਸਟ ਦੇ ਟੋਏ ਵਿੱਚ ਪਾ ਲਈਏ ਜੀ। ਉੱਥੇ 45 ਦਿਨਾਂ ਬਾਅਦ ਵਧੀਆ ਇੱਕ ਕੁਆਲਿਟੀ ਦੀ ਖਾਦ ਤਿਆਰ ਹੋ ਜਾਂਦੀ ਹੈ, ਜਿਹੜੀ ਆਮ ਰੂੜੀ ਹੈ ਉਹਦੇ ਨਾਲੋਂ ਕਿਤੇ ਵਧੀਆ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਉਹਦਾ ਪਿਸ਼ਾਬ ਦਾ ਕੰਪੋਨੈਂਟ ਵੀ ਪਰਾਲੀ ਨੇ ਸੋਕ ਲਏਦਾ ਜੀ। ਤੇ ਇਸ ਕਰਕੇ ਜਿਹੜੀ ਉਹ ਹੈ ਖਾਦ ਉਹਦੀ ਗੁਣਵੱਤਾ ਆਮ ਰੂੜੀ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ। ਇਹ ਤਾਂ ਮੇਨ 2 ਸਰੋਤ ਹੈਗੇ ਆ ਜਿਹੜੇ ਬਿਲਕੁਲ ਵਰਤੇ ਜਾ ਸਕਦੇ ਆ। ਇਸ ਤੋਂ ਇਲਾਵਾ ਪਰਾਲੀ ਦੀਆਂ ਗੱਠਾਂ ਪਾ ਕੇ ਪਾਣੀ ਗਰਮ ਕਰਨ ਦਾ ਵੀ ਕੰਮ ਲੈ ਸਕਦੇ ਆ ਕਿਉਂਕਿ ਫਾਰਮ ਦੇ ਉੱਤੇ ਗਰਮ ਪਾਣੀ ਦੀ ਕਈ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ। ਤਾਜ਼ੇ ਸੂਏ ਜਾਨਵਰ ਲਈ, ਚੁਆਈ ਦੀਆਂ ਮਸ਼ੀਨਾਂ ਧੋਣ ਲਈ, ਦੁੱਧ ਵਾਲੇ ਭਾਂਡੇ ਧੋਣ ਲਈ, ਉਹਨਾਂ ਦੀ ਥੰਧਿਆਈ ਸਰਦੀ 'ਚ ਜਾਂਦੀ ਨਹੀਂ ਬਿਨਾਂ ਗਰਮ ਪਾਣੀ ਤੋਂ। ਜੀ ਜੀ। ਤਾਂ ਉਹ ਜੇ ਗਰਮ ਪਾਣੀ ਦਾ ਬੜਾ ਸੌਖਾ ਸਰੋਤ ਮਿਲ ਜਾਂਦਾ ਇਹ। ਜਿਵੇਂ ਤੁਸੀਂ ਆ ਗੱਲ ਕੀਤੀ ਵੀ ਆਪਾਂ ਇਸ ਤਰੀਕੇ ਨਾਲ ਪਰਾਲੀ ਦੀ ਬੜੀ ਸੁਚੱਜੀ ਵਰਤੋਂ ਕਰ ਸਕਦੇ ਹਾਂ ਹਾਂਜੀ। ਤੇ ਮੈਨੂੰ ਲੱਗਦਾ ਕਿ ਸਾਡੇ ਕਿਸਾਨ ਵੀਰ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਵਾ ਕਿ ਅਸੀਂ ਇਹਨੂੰ ਜਿਹੜਾ ਵਾ ਉਹ ਖੇਤਾਂ 'ਚ ਸਾੜੀਏ ਨਾ, ਸਗੋਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਵੱਖੋ ਵੱਖਰੇ ਜਿਹੜੇ ਪ੍ਰਬੰਧ ਕਰਕੇ ਅਸੀਂ ਪਰਾਲੀ ਦੀ ਬੜੀ ਸੁਚੱਜੀ ਵਰਤੋਂ ਜਿਹੜੀ ਲੈ ਸਕਦੇ ਹਾਂ। ਕਿਉਂਕਿ ਵੇਖੋ ਇੱਕ ਤੇ ਇਹਦੇ ਨਾਲ ਸਾਡਾ ਖਰਚਾ ਘਟਿਆ, ਦੂਜਾ ਅਸੀਂ ਵਾਤਾਵਰਣ ਦਾ ਪ੍ਰਦੂਸ਼ਣ ਜਿਹੜਾ ਉਹ ਤੋਂ ਬਚਤ ਕੀਤੀ, ਤੀਸਰਾ ਅਸੀਂ ਬਹੁਤ ਸਾਰੇ ਮਿੱਤਰ ਕੀਟ ਜਿਹੜੇ ਉਹਨਾਂ ਦੀ ਅਸੀਂ ਕੁਰਬਾਨੀ ਦੇ ਰਹੇ ਹਾਂ, ਉਹ ਸਾਰੇ ਜਿਹੜੇ ਸਾਡੇ ਕੋਲ ਬਚਦੇ ਤੇ ਨਾਲ ਦੇ ਨਾਲ ਬਹੁਤ ਸਾਰੀਆਂ ਸਾਡੀਆਂ ਖਾਦਾਂ ਜਿਹੜੀਆਂ ਨੇ ਉਹ ਸਾਨੂੰ ਵਾਧੂ ਮਿਕਦਾਰ 'ਚ ਪਾਉਣੀਆਂ ਪੈਂਦੀਆਂ ਕਿਉਂਕਿ ਸਾੜ ਕੇ ਅਸੀਂ ਧਰਤੀ ਦੀ ਜਿਹੜੀ ਆ ਉਹ ਉਂਝੀ ਜਿਹੜੀ ਆ ਉਹ ਕੁੱਖ ਬਾਝ ਕਰੀ ਜਾ ਰਹੇ ਉਹ ਕਰ ਰਹੇ ਹਾਂ। ਜੀ ਜੀ। ਤੇ ਹੁਣ ਡਾਕਟਰ ਸਾਹਿਬ ਜਦੋਂ ਕੋਈ ਇਹੋ ਜਿਹੀ ਲੋੜ ਪਏ ਖਾਦ ਖੁਰਾਕ ਸੰਬੰਧੀ ਜਾਂ ਕੋਈ ਇਹੋ ਜਿਹੀ ਵਰਤੋਂ ਸੰਬੰਧੀ ਤੇ ਉਦੋਂ ਤੁਹਾਡਾ ਕੋਈ ਵਿਭਾਗ ਜਿਹੜਾ ਸਾਡਾ ਕਿਸਾਨ ਵੀਰ ਜੇ ਆ ਕੇ ਕੋਈ ਜਾਣਕਾਰੀ ਲੈਣਾ ਚਾਹੇ ਤੇ ਉਹ ਪੁੱਛ ਦੱਸ ਵੀ ਸਕਦਾ ਕਿੱਥੋਂ ਪਹੁੰਚੇ ਤੇ ਕਿਸ ਤਰੀਕੇ ਨਾਲ ਇਹਦੇ ਸੰਬੰਧੀ ਜਾਣਕਾਰੀ ਲੈ ਲੇ ਜੀ? ਇਹਦੇ ਲਈ ਕੋਈ ਵੀ ਸੰਬੰਧੀ ਜਾਣਕਾਰੀ ਲੈਣੀ ਹੈ ਸਾਡੇ ਕੋਲ ਇੱਕ ਪਸ਼ੂ ਆਹਾਰ ਵਿਭਾਗ ਹੈ ਜੀ ਯੂਨੀਵਰਸਿਟੀ ਦੇ ਵਿੱਚ, ਤੇ ਉਸ ਤੋਂ ਇਲਾਵਾ ਡੇਅਰੀ ਫਾਰਮ ਹੈਗਾ ਤੇ ਐਕਸਟੈਂਸ਼ਨ ਵਿਭਾਗ ਹੈਗਾ। ਇਹ ਤਿੰਨੋਂ ਵਿਭਾਗਾਂ ਦੇ ਵਿੱਚ ਜਾਣਕਾਰੀ, ਐਕਸਟੈਂਸ਼ਨ ਦੇ ਵਿੱਚ ਸਾਰੇ ਮਾਹਰ ਹੁੰਦੇ ਹਨ। ਉਸ ਤੋਂ ਇਲਾਵਾ ਜੇ ਖੁਰਾਕੀ ਸਲਾਹ ਲੈਣੀ ਹੈ ਤਾਂ ਪਸ਼ੂ ਆਹਾਰ ਵਿਭਾਗ ਹੈ। ਜੇ ਡੇਅਰੀ ਫਾਰਮਿੰਗ ਦੇ ਨਾਲ ਕੋਈ ਵਾੜਿਆਂ ਦੇ ਨਾਲ ਕੋਈ ਵੀ ਹੋਰ ਸਲਾਹ ਲੈਣੀ ਡੇਅਰੀ ਫਾਰਮਿੰਗ ਦੀ ਤਾਂ ਉਹ ਯੂਨੀਵਰਸਿਟੀ ਦੇ ਡੇਅਰੀ ਫਾਰਮ ਤੇ ਆ ਕੇ ਵੀ ਸਲਾਹ ਲੈ ਸਕਦੇ ਆ। ਅਸੀਂ ਹਰ ਪਲ ਕਿਸਾਨ ਵੀਰਾਂ ਲਈ ਇੱਥੇ ਹਾਜ਼ਰ ਬੈਠੇ ਹਾਂ। ਡਾਕਟਰ ਸਾਹਿਬ ਹੁਣ ਗੱਲ ਆ ਜਾਂਦੀ ਆ ਕਿ ਸਰਦੀਆਂ ਦੇ ਵਿੱਚ ਕਈ ਵਾਰੀ ਕੋਈ ਸਰੀਰਕ ਪਰੇਸ਼ਾਨੀਆਂ ਜਿਹੜੀਆਂ ਉਹਦਾ ਵੀ ਸਾਹਮਣਾ ਕਰਨਾ ਪੈਂਦਾ। ਬਿਲਕੁਲ ਕਰਨਾ ਪੈਂਦਾ। ਕੋਈ ਇਹੋ ਜਿਹੀ ਕਿਹੜੀ ਕੋਈ ਬਿਮਾਰੀ ਆ ਜਾਂ ਕੋਈ ਕਿਹੜਾ ਟੀਕਾਕਰਨ ਆ ਜਿਹਦਾ ਸਾਨੂੰ ਵਿਸ਼ੇਸ਼ ਤੌਰ ਤੇ ਸਰਦੀਆਂ 'ਚ ਖਿਆਲ ਰੱਖਣ ਦੀ ਲੋੜ? ਜਦੋਂ ਸਰਦੀ ਦੀ ਸ਼ੁਰੂਆਤ ਹੁੰਦੀ ਹੈ, ਤਾਪਮਾਨ ਗਿਰ ਜਾਂਦਾ ਹੈ ਤੇ ਜਿਹੜੀ ਵਾਇਰਲ ਡਿਜ਼ੀਜ਼ ਹੈ ਜਿਹਨੂੰ ਆਪਾਂ ਮੂੰਹ ਖੋਰ ਜਾਂ ਫੁੱਟ ਐਂਡ ਮਾਊਥ ਡਿਜ਼ੀਜ਼ ਕਹਿੰਦੇ ਆ, ਉਹਦਾ ਆਗਾਜ਼ ਉਹਦੇ ਥੋੜੇ ਜਿਹੇ ਜ਼ਿਆਦਾ ਹੋਣ ਦੇ ਚਾਂਸ ਬਣ ਜਾਂਦੇ ਹਨ ਜੀ। ਤੇ ਉਹਦੇ ਲਈ ਪੋਹ ਦੇ ਮਹੀਨੇ ਤੋਂ ਪਹਿਲਾਂ ਆਪਣੇ ਪਸ਼ੂਆਂ ਨੂੰ ਸਾਰਿਆਂ ਨੂੰ ਮੂੰਹ ਖੁਰ ਦੀ ਵੈਕਸੀਨ ਜ਼ਰੂਰ ਲਾ ਦੇਣੀ ਚਾਹੀਦੀ ਹੈ। ਪਰ ਜਿਹੜੇ ਵੱਡੇ ਫਾਰਮ ਹੈ ਉਹ ਮੂੰਹ ਖੁਰ ਤੇ ਗਲ ਘੋਟੂ ਜਿਹਨੂੰ HS ਜਾਂ ਹੈਮਰੇਜਿਕ ਸੈਪਟੀਸੀਮੀਆ ਕਹਿੰਦੇ ਹਨ ਉਹਦੀ ਇਕੱਠੀ ਵੈਕਸੀਨ ਲਾਉਂਦੇ ਆ ਬਾਇਓਵੈਕ ਦੇ ਨਾਮ ਤੇ, ਤਾਂ ਉਹ ਸਾਲ 'ਚ 2 ਵਾਰੀ ਉਹ ਲਾਉਂਦੇ ਹਨ। ਤਾਂ ਫਿਰ ਉਹਨਾਂ ਨੂੰ ਉਹ ਵੈਕਸੀਨ ਲਾ ਦੇਣੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਪੋਚ ਕਈ ਵਾਰੀ ਮੀਂਹ ਵੀ ਪੈਂਦੇ ਆ ਲਾਜ਼ਮੀ ਤੇ ਉਦੋਂ ਫਿਰ ਮੱਝਾਂ ਦੇ ਵਿੱਚ ਗਲ ਘੋਟੂ ਦਾ ਚਾਂਸ ਵੀ ਬਣ ਜਾਂਦਾ ਬਿਮਾਰੀ ਦਾ ਜੀ। ਕਿਉਂਕਿ ਐਨੀਮਲ ਤੇ ਥੋੜਾ ਜਿਹਾ ਵੀ ਸਟ੍ਰੈਸ ਹੋਇਆ, ਇੱਕ ਤਾਂ ਮੌਸਮ ਦਾ ਹੀ ਸਟ੍ਰੈਸ ਹੁੰਦਾ ਤੇ ਉਹਦੇ ਨਾਲ ਹੀ ਜਾਨਵਰ ਨੇ ਨਾਲ ਦੀ ਨਾਲ ਫਿਰ ਉਹ ਜਰਾਸੀਮ ਨੇ ਉਹਨੂੰ ਦੱਬ ਲੈਣਾ। ਜਿਹੜਾ ਮੌਕੇ ਦਾ ਟੀਕਾਕਰਨ ਆ ਉਹ ਜ਼ਰੂਰ ਕਰੋ। ਟੀਕਾਕਰਨ ਸਾਰਣੀ ਬਣਾ ਕੇ ਰੱਖੋ ਕਿ ਕਿਹੜੇ ਮੌਸਮ ਦੇ ਵਿੱਚ ਕਿਹੜਾ ਟੀਕਾ ਲੱਗਣਾ ਹੈ
ਤੇ ਜਦੋਂ ਤੁਸੀਂ ਆਪਣੇ ਵਾੜੇ 'ਚੋਂ ਟੀਕਾ ਲਾਉਂਦੇ ਹੋ ਤਰੀਕਾ ਵੀ ਨੋਟ ਕਰਕੇ ਰੱਖੋ, ਕਿਉਂਕਿ ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ ਕਿ ਅਸੀਂ ਟੀਕਾ ਕਿੰਨੇ ਫਰਕ ਤੇ ਲਾਉਣਾ ਹੈ, ਕਦੋਂ ਲਾਉਣਾ ਹੈ ਤੇ ਕਿਸ ਦੇ ਕੋਲੋਂ ਜਿਹੜਾ ਤੁਸੀਂ ਟੀਕਾ ਲਵਾ ਰਹੇ ਹੋ। ਉਹ ਸਾਰੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਆ। ਸਾਡੀ ਸਿਰਿੰਜ ਕਿਹੋ ਜਿਹੀ ਹੋਣੀ ਚਾਹੀਦੀ ਹੈ, ਟੀਕਾ ਕਿਸ ਮਾਧਿਅਮ ਦੇ ਨਾਲ ਤੁਹਾਡੇ ਕੋਲ ਪਹੁੰਚਦਾ ਹੋਵੇ ਤਾਂ ਕਿ ਉਹ ਟੀਕਾ ਪਾਣੀ ਨਾ ਹੋ ਜਾਏ, ਉਹਦੀ ਸਾਨੂੰ ਅੱਗੋਂ ਫਾਇਦਾ ਮਿਲ ਸਕੇ। ਡਾਕਟਰ ਸਾਹਿਬ ਹੁਣ ਇਹ ਆ ਕਿ ਵੇਖੋ ਇਸ ਮੌਸਮ ਦੇ ਵਿੱਚ ਦੁੱਧ ਦੀ ਸਾਡੀ ਉਤਪਾਦਨ ਉਹ ਵੱਧ ਵੀ ਜਾਂਦਾ, ਬਹੁਤ ਵੱਧ ਜਾਂਦਾ ਜੀ ਉਹ। ਤੇ ਹੁਣ ਅਗਾਊਂ ਪ੍ਰਬੰਧਾਂ ਦੇ ਵਿੱਚ ਸਾਨੂੰ ਇਹ ਵੀ ਲੋੜ ਆ ਕਿ ਜਦੋਂ ਦੁੱਧ ਦਾ ਸਾਡਾ ਉਤਪਾਦਨ ਵਧਿਆ ਤਾਂ ਉਦੋਂ ਕਿਸਾਨ ਵੀਰ 2 ਪੈਸੇ ਹੋਰ ਵੀ ਮੁਨਾਫਾ ਕਮਾ ਸਕਦਾ। ਬਿਲਕੁਲ ਕਮਾ ਸਕਦਾ ਜੀ, ਬਿਲਕੁਲ ਕਿ ਉਹ ਦੁੱਧ ਦੇ ਕਿਹੜੇ ਜਿਹੜੇ ਆ ਸਰਦੀਆਂ ਦੇ ਵਿੱਚ ਇਹੋ ਜਿਹੀ ਵਰਤੋਂ ਲਿਆ ਸਕਦਾ ਹੈ ਕਿ ਉਹਨੂੰ ਮੁਨਾਫਾ ਵੀ ਹੋਏ ਤੇ ਸਾਡੇ ਉਹ ਹੁਣ ਅਗਾਊਂ ਵੀ ਪ੍ਰਬੰਧ ਕਰ ਲਿਆ ਵੀ ਮੈਂ ਆਹ ਭਾਂਡਾ ਟਿੰਡਾ ਜਿਹੜਾ ਲੈ ਕੇ ਰੱਖਣਾ। ਇਹ ਜਿੰਨੀ ਦੁੱਧ ਦੀ ਪੈਦਾਵਾਰ ਵੱਧ ਗਈ ਦੀ ਹੈ, ਜਿਵੇਂ ਆਪਣਾ ਭਾਰਤ ਦੇਸ਼ ਹੈ ਦੁਨੀਆ ਦੇ ਵਿੱਚ ਨੰਬਰ 1 ਦੁੱਧ ਦੀ ਪੈਦਾਵਾਰ ਕਰਦਾ, ਤੇ ਦੁੱਧ ਦੀ ਪੈਦਾਵਾਰ ਦੇ ਨਾਲ ਨਾਲ ਸਰਦੀਆਂ ਦੇ ਵਿੱਚ ਜਿਵੇਂ ਖੁਰਾਕੀ ਬੰਦਿਆਂ ਦੇ ਵਿੱਚ ਵੀ ਖੁਰਾਕੀ ਤਬਦੀਲੀਆਂ ਆਉਂਦੀਆਂ ਹਨ, ਤੇ ਕਿਸਾਨ ਵੀਰ ਆਪ ਇਕੱਲੇ ਲੈਵਲ ਤੇ ਜੇ ਉਹਨਾਂ ਕੋਲ ਦੁੱਧ ਦੀ ਪੈਦਾਵਾਰ ਰੋਜ਼ ਦੀ ਹੈਗੀ ਜ਼ਿਆਦਾ, ਜਾਂ ਫਿਰ 4-5 ਜਣੇ ਇਕੱਠੇ ਹੋ ਕੇ ਉਹ ਪ੍ਰਬੰਧ ਪਹਿਲਾਂ ਦੇ ਕਰ ਸਕਦੇ ਆ, ਜਿਹਨੂੰ ਆਪਾਂ ਵੈਲਿਊ ਐਡੀਸ਼ਨ ਕਹਿ ਦਿੰਦੇ ਆ ਕਿ ਦੁੱਧ ਤੋਂ ਅਲੱਗ-ਅਲੱਗ ਉਤਪਾਦ ਬਣਾਉਣੇ। ਜਿਵੇਂ ਕਿ ਖੋਆ ਬਣਾ ਸਕਦੇ ਹੋ, ਬਰਫੀ ਬਣਾ ਸਕਦੀ ਹੈ, ਜੇ ਤੁਸੀਂ ਹਾਈਵੇ ਤੇ ਹੋ ਤੇ ਬਰਫੀ ਦਾ ਇੱਕ ਖੋਖਾ ਲਾ ਲਓ ਤਾਜ਼ੀ ਬਰਫੀ ਦਾ, ਉਹ ਰੋਜ਼ ਤੁਹਾਡੀ ਸ਼ਾਮ ਤੱਕ ਬੜੇ ਆਰਾਮ ਨਾਲ ਵਿਕ ਜਾਣੀ ਹੈ। ਤੇ ਜਦੋਂ ਆਪਾਂ ਦੁੱਧ ਦੀ ਕੋਈ ਪ੍ਰੋਡਕਟ ਦੇ ਵਿੱਚ ਕਨਵਰਟ ਕਰਦੇ ਆ ਤਾਂ ਜਿਹੜੀ ਉਹਦੀ ਮੁਨਾਫੇ ਦੀ ਦਰ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਵੈਲਿਊ ਐਡੀਸ਼ਨ। ਕਿ ਦੁੱਧ ਤੋਂ ਕੋਈ ਪ੍ਰੋਡਕਟ ਬਣਾ ਲਿਆ ਤੇ ਘੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ, ਤੇ ਆਪਾਂ ਦੁੱਧ ਤੋਂ ਕਰੀਮ ਕੱਢ ਕੇ ਸਪਰੇਟੇ ਦੁੱਧ ਨੂੰ ਅਲੱਗ ਵੇਚ ਸਕਦੇ ਹਾਂ ਤੇ ਘੀ ਨੂੰ ਅਲੱਗ ਵੇਚ ਸਕਦੇ ਹਾਂ। ਇਹਦੇ ਵਿੱਚ ਯੂਨੀਵਰਸਿਟੀ ਲਈ ਇੱਕ ਵੈਲਿਊ ਐਡੀਸ਼ਨ ਲਈ ਅਲੱਗ 3 ਰੋਜ਼ਾ ਟ੍ਰੇਨਿੰਗ ਵੀ ਲੱਗਦੀ ਹੈ, ਜਿਹਦੇ ਵਿੱਚ ਕਿਸਾਨ ਵੀਰ ਪਹਿਲਾਂ ਹੀ ਟ੍ਰੇਨਿੰਗ ਲੈ ਸਕਦੇ ਹਨ ਤੇ ਅਲੱਗ-ਅਲੱਗ ਤਰ੍ਹਾਂ ਦੇ ਪਦਾਰਥ ਇਹਨਾਂ ਤੋਂ ਦੁੱਧ ਤੋਂ ਬਣਾ ਸਕਦੇ ਹਨ ਤੇ ਉਹਨਾਂ ਦੀ ਮੰਡੀ ਵੀ ਨਾਲ ਦੀਆਂ ਲੱਭ ਸਕਦੇ ਆ। ਇਹ ਵੀ ਅਗਾਊਂ ਪ੍ਰਬੰਧਾਂ ਦੇ ਵਿੱਚ ਹੀ ਆਉਂਦਾ ਕਿ ਦੁੱਧ ਦੀ ਪੈਦਾਵਾਰ ਵਧਣੀ ਹੈ ਤੇ ਵਾਧੂ ਦੁੱਧ ਦਾ ਅਸੀਂ ਕੀ ਕਰਨਾ ਜੀ। ਜਿਵੇਂ ਇਹ ਆ ਕਿ ਅਸੀਂ ਇੱਥੇ ਕਿਸਾਨ ਵੀਰ ਜਿਹੜੇ ਉਹਨਾਂ ਨੂੰ ਭੇਜ ਸਕਦੇ ਆ ਕਿ ਤੁਸੀਂ ਜਿਹੜਾ ਵਾ ਉੱਥੇ ਯੂਨੀਵਰਸਿਟੀ ਜਾ ਕੇ ਸਿਖਲਾਈ ਲੈ ਲਓ ਤੇ ਆਪਣੀਆਂ ਉਹ ਚੀਜ਼ਾਂ ਬਣਾਉਣ ਦੇ ਕਾਬਿਲ ਹੋ ਜਾਣਗੇ। ਬਿਲਕੁਲ ਡਾਕਟਰ ਸਾਹਿਬ ਇੱਕ ਸਵਾਲ ਨਾ ਮੇਰੇ ਕੋਲ ਆ ਫੀਲਡ 'ਚ ਫਿਰਦਿਆਂ ਤੁਰਦਿਆਂ ਜਿਹੜਾ ਨਾ ਉਦੋਂ ਇੱਕ ਆਇਆ ਕਿ ਇੱਕ ਵਾਰੀ ਪਸ਼ੂ ਦਾ ਬੁਖਾਰ ਨਹੀਂ ਸੀ ਉਤਰਦਾ, ਤੋ ਜਦੋਂ ਡਾਕਟਰ ਸਾਹਿਬ ਗਏ ਤੇ ਵੇਖਿਆ ਵੀ ਬੁਖਾਰ ਕਿਉਂ ਨਹੀਂ ਉਤਰਦਾ, ਜਦੋਂ ਉਹਦੇ ਮੱਝ ਦੇ ਉੱਤੋਂ ਝੁੱਲ ਲਾਇਆ ਤੇ ਝੁੱਲ ਜਿਹੜਾ ਸਾਰਾ ਚਿੱਚੜਾਂ ਨਾਲ ਭਰਿਆ ਪਿਆ। ਬਿਲਕੁਲ ਠੀਕ ਹੈ ਜੀ। ਬਿਲਕੁਲ ਹੁਣ ਸਾਡਾ ਕਿਸਾਨ ਵੀਰ ਕਈ ਵਾਰੀ ਅਣਗਹਿਲੀ ਦੇ ਵਿੱਚ ਇਹੋ ਕਰਦਾ ਵੀ ਮਹੀਨਾ ਜਿਹੜਾ ਉਹੋ ਹੀ ਵਸਤਰ ਜਿਹੜੇ ਚੱਲਦੇ ਰਹਿਣ। ਬਿਲਕੁਲ ਇਹਦੇ ਸੰਬੰਧੀ ਸਾਡੇ ਕੋਈ ਕਿਸਾਨ ਵੀਰ ਉਹਨਾਂ ਨੂੰ ਸੁਚੇਤ ਕਰੋ ਜੀ, ਇਹੋ ਜਿਹੀਆਂ ਕਿਹੜੀਆਂ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਨੇ। ਇਹ ਆਮ ਤੌਰ ਤੇ ਹੁੰਦੀ ਹੈ, ਦੇਖਣ ਚ ਆਉਂਦੀ ਹੈ ਤੇ ਇਹ ਗਲਤੀ ਹੁੰਦੀ ਵੀ ਹੈ। ਇਹਦੇ ਵਿੱਚ ਇਹ ਕੀ ਕਰਦੇ ਆ ਕਿ 10 ਦਿਨ ਸੂਰਜ ਨਹੀਂ ਨਿਕਲਿਆ ਤਾਂ ਉਹ ਜਾਨਵਰ ਨੂੰ ਬਾਹਰ ਵੀ ਨਹੀਂ ਕੱਢਣਾ ਤੇ ਨਲਾਣਾ ਵੀ ਨਹੀਂ, ਤੇ ਜਿਹੜਾ ਝੁੱਲ ਪਾਇਆ ਹੁੰਦਾ ਉਹੀ ਝੁੱਲ ਲਗਾਤਾਰ ਉਹਦੇ ਉੱਤੇ ਰਹਿਣ ਦਿੰਦੇ ਆ ਕਿ ਜੇ ਉਤਾਰਤਾ ਤਾਂ ਪਸ਼ੂ ਗਰਮ ਸਰਦ ਨਾ ਹੋ ਜੇ। ਪਰ ਪਸ਼ੂਆਂ 'ਚ ਇੰਨੀ ਕੁ ਸਮਰੱਥਾ ਹੁੰਦੀ ਹੈ ਕਿ ਥੋੜੀ ਬਹੁਤੀ ਉਹ ਹਵਾ ਘੇਰ ਸਕਦੇ ਆ, ਬਿਲਕੁਲ ਝੁੱਲ ਪਾਉਣ ਦੀ ਲੋੜ ਨਹੀਂ। ਜੇ ਆਪਣਾ ਆਮ ਬਾੜਾ ਹੈ ਤੇ ਉਹਦੇ ਵਿੱਚ ਜੇ ਪਸ਼ੂ ਛੱਡੇ ਦੇ ਆ, ਇੱਕ ਪਾਸੇ ਉਹਦੇ 'ਚ ਪਰਦਾ ਲਾ ਕੇ ਹਵਾ ਦਾ ਨਿਕਾਸ ਆਪਾਂ ਰੋਕ ਦਿੱਤਾ, ਸਿੱਧੀ ਹਵਾ ਨਾ ਪਵੇ, ਤੇ ਉਹਨੇ 'ਚ ਪਸ਼ੂ ਨੂੰ ਠੰਡ ਨਹੀਂ ਮੰਨਦਾ, ਉਹਨੇ 'ਚ ਪਸ਼ੂ ਕੱਟ ਲੈਂਦਾ ਤੇ ਝੁੱਲ ਲਾਉਣ ਦੀ ਜਾਂ ਉਹਦੀ ਲੋੜ ਨਹੀਂ ਪੈਂਦੀ, ਕਿਉਂਕਿ ਫਿਰ ਉਹਦੇ ਵਿੱਚ ਚਿੱਚੜ ਜਾਂ ਹੋਰ ਜਰਾਸੀਨ ਆਣਗੇ, ਉਹ ਸਰੀਰ ਦੇ ਵਿੱਚ ਉਹ ਕੀਟਾਣੂਆਂ ਨੂੰ ਛੱਡ ਕੇ ਜਾਣਗੇ ਤੇ ਬਿਮਾਰੀ ਹੋਊਗੀ। ਡਾਕਟਰ ਪਨੀਤ ਮਲਹੋਤਰਾ ਜੀ, ਸਰਦੀਆਂ ਦੇ ਵਿੱਚ ਕਿਹੋ ਜਿਹੇ ਸਾਨੂੰ ਪ੍ਰਬੰਧ ਜਿਹੜੇ ਆ ਉਹਨਾਂ ਦੀ ਲੋੜ ਪੈਣੀ ਆ, ਉਹਦੇ ਸੰਬੰਧੀ ਆਪਾਂ ਕਿਸਾਨ ਵੀਰਾਂ ਨਾਲ ਵਿਸ਼ੇਸ਼ ਤੌਰ ਤੇ ਜਿਹੜੀ ਆ ਉਹ ਆਪਣੀ ਗੱਲਬਾਤ ਸਾਂਝੀ ਕੀਤੀ ਕਿ ਕਿਸਾਨ ਵੀਰ ਹੁਣੇ ਹੀ ਜਿਹੜਾ ਵਾ ਉਹਨਾਂ ਗੱਲਾਂ ਦੇ ਉੱਤੇ ਜਿਹੜਾ ਗੌਰ ਫਰਮਾਉਣ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਸਮੱਸਿਆ ਨਾ ਆ ਸਕੇ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ, ਬਹੁਤ ਸ਼ੁਕਰੀਆ।